ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਜੀ ਤੁਹਾਡੇ ਆਪਣੇ YouTube ਚੈਨਲ ਸਟੱਡੀ ਟੇਬਲ ਵਿਦ ਐਸਕੇ ਦੇ ਵਿੱਚ। ਅੱਜ ਆਪਾਂ ਕਰਨ ਜਾ ਰਹੇ ਹਾਂ ਜੀ SST ਦਾ ਜਿਹੜਾ ਹੈ ਬਹੁਤ ਹੀ ਇੰਪੋਰਟੈਂਟ ਟੌਪਿਕ ਸਲਤਨਤ ਕਾਲ ਦਾ ਗੁਲਾਮ ਵੰਸ਼, ਜਿਸ ਨੂੰ ਦਾਸ ਵੰਸ਼ ਜਾਂ ਮਮਲੂਕ ਵੰਸ਼ ਵੀ ਕਿਹਾ ਜਾਂਦਾ ਹੈ। ਤਾਂ ਇਹ ਇੰਪੋਰਟੈਂਟ ਟੌਪਿਕ ਅੱਜ ਆਪਾਂ ਕਵਰ ਕਰਾਂਗੇ। ਤੇ ਇਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਜੇ ਥੋੜ੍ਹੀ ਜਿਹੀ ਬੈਕਗਰਾਊਂਡ 'ਤੇ ਨਿਗਾਹ ਮਾਰੀਏ ਕਿ ਜਦੋਂ ਮੁਹੰਮਦ ਗੌਰੀ ਨੇ ਜਿਹੜੇ ਹੈ ਭਾਰਤ 'ਤੇ ਕਾਫੀ ਆਕਰਮਣ ਕੀਤੇ, ਉਸ ਟਾਈਮ ਲਗਭਗ ਜਿਹੜੇ ਸੀਗੇ ਸਾਰੇ ਰਾਜ ਇੰਪੋਰਟੈਂਟ ਜਿਹੜੇ ਵੱਡੇ ਰਾਜ ਸੀਗੇ ਉਹਨੇ ਜਿੱਤ ਲਏ ਸੀਗੇ, ਜਿਵੇਂ ਪ੍ਰਿਥਵੀ ਰਾਜ ਚੌਹਾਨ ਹੋ ਗਿਆ, ਜੈਚੰਦ ਹੋ ਗਿਆ ਅਤੇ ਹੋਰ ਵੀ ਕਈ ਜਿਹੜੇ ਵੱਡੇ ਰਾਜੇ ਸੀ ਉਹਨੇ ਜਿੱਤ ਲਏ ਸੀਗੇ। ਹੁਣ ਭਾਰਤ ਦੇ ਵਿੱਚ ਕੋਈ ਵੱਡਾ ਰਾਜ ਨਹੀਂ ਸੀ ਬਚਿਆ ਜੋ ਕਿ ਗੌਰੀ ਦੇ ਸੱਤਾ ਨੂੰ ਜਿਹੜਾ ਸਥਾਪਿਤ ਕਰਨ ਤੋਂ ਰੋਕ ਸਕਦਾ ਸੀਗਾ। ਤਾਂ ਇਸ ਦੇ ਨਾਲ ਹੀ ਜਿਹੜਾ ਹੈ ਹੁਣ ਜਦੋਂ ਮੁਹੰਮਦ ਗੌਰੀ ਇੱਥੇ ਲਾਸਟ ਹਮਲਾ ਕਰਕੇ ਵਾਪਸ ਜਾਂਦਾ ਹੈ, ਆਪਣੇ ਦੇਸ਼ ਨੂੰ ਵਾਪਸ ਜਾਂਦਾ, ਤਾਂ ਆਪਣੇ ਇਸ ਰਾਜ ਨੂੰ ਸੰਭਾਲਣ ਲਈ ਆਪਣਾ ਇੱਕ ਜਿਹੜਾ ਦਾਸ ਸੀਗਾ ਕੁਤਬੁਦੀਨ ਐਬਕ, ਜਿਹੜਾ ਕਿ ਕਾਫੀ ਉਹਦਾ ਵਿਸ਼ਵਾਸੀ ਦਾਸ ਸੀਗਾ, ਉਹਨੂੰ ਇੱਥੇ ਛੱਡ ਕੇ ਜਾਂਦਾ। ਆਪਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਕੁਤਬੁਦੀਨ ਐਬਕ ਤੋਂ, ਜਿਸ ਦਾ ਰਾਜਕਾਲ ਰਿਹਾ 1206 ਤੋਂ ਲੈ ਕੇ 1210 ਤੱਕ। ਤਾਂ ਮੁਹੰਮਦ ਗੌਰੀ ਜਿਹੜਾ ਸੀਗਾ ਉਸ ਦਾ ਜਿਹੜਾ ਬਹੁਤ ਹੀ ਵਿਸ਼ਵਾਸ ਪਾਤਰ ਦਾਸ ਸੀਗਾ ਕੁਤਬੁਦੀਨ ਐਬਕ, ਠੀਕ ਹੈ ਜੀ। ਤੇ ਉਸੇ ਦੀ ਕੁਤਬੁਦੀਨ ਐਬਕ ਦੀ ਸਹਾਇਤਾ ਦੇ ਨਾਲ ਹੀ ਜਿਹੜਾ ਹੈ ਉਸਨੇ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਇਆ ਸੀ। ਇਸ ਤਰ੍ਹਾਂ ਜਦੋਂ ਮੁਹੰਮਦ ਗੌਰੀ ਮੁੜ ਆਪਣੇ ਪ੍ਰਦੇਸ਼ ਵਾਪਸ ਮੁੜਿਆ ਜਾਂਦਾ ਤਾਂ ਇੱਥੋਂ ਦੀ ਸ਼ਾਸਨ ਅਤੇ ਸੱਤਾ ਉਹ ਆਪਣੇ ਵਿਸ਼ਵਾਸੀ ਦਾਸ ਐਬਕ ਨੂੰ ਜਿਹੜਾ ਹੈ ਸੌਂਪ ਕੇ ਚਲਾ ਜਾਂਦਾ ਹੈ। ਐਬਕ ਜਿਹੜਾ ਸੀਗਾ ਉਹ ਤੁਰਕ ਮੁਸਲਮਾਨ ਸੀਗਾ, ਉਹ ਤੁਰਕ ਜਨਜਾਤੀ ਨਾਲ ਸੰਬੰਧ ਰੱਖਦਾ ਸੀ। ਉਸ ਦਾ ਘਰ ਜਿਹੜਾ ਹੈ ਉਹ ਬਚਪਨ ਵਿੱਚ ਨਿਸ਼ਾਪੁਰ ਕੋਲ ਸੀਗਾ, ਜਿੱਥੋਂ ਉਸਨੂੰ ਇੱਕ ਕਾਜੀ ਨੇ ਖਰੀਦਿਆ ਸੀ, ਠੀਕ ਹੈ, ਜਿੱਥੋਂ ਉਸਨੂੰ ਇੱਕ ਕਾਜੀ ਨੇ ਖਰੀਦਿਆ ਸੀਗਾ, ਗੁਲਾਮ ਦੇ ਰੂਪ ਵਿੱਚ ਉਸਨੂੰ ਖਰੀਦਿਆ ਸੀ। ਫਿਰ ਉਸਨੂੰ ਗੌਰੀ ਬਾਅਦ ਦੇ ਵਿੱਚ ਉਸਨੂੰ ਗੌਰੀ ਖਰੀਦਦਾ ਉਸ ਤੋਂ। ਇਸੇ ਐਬਕ ਨੇ ਭਾਰਤ ਦੇ ਵਿੱਚ ਜਿਹੜਾ ਹੈ ਉਹ ਦਾਸ ਵੰਸ਼ ਦੀ ਜਿਹੜੀ ਹੈ ਸਥਾਪਨਾ ਕੀਤੀ 1206 ਈਸਵੀ ਦੇ ਵਿੱਚ। ਇਸ ਲਈ ਐਬਕ ਨੂੰ ਗੁਲਾਮ ਵੰਸ਼ ਦਾ ਸੰਸਥਾਪਕ ਕਿਹਾ ਜਾਂਦਾ। ਉਸਨੇ ਲਾਹੌਰ ਨੂੰ ਜਿਹੜਾ ਹੈ ਆਪਣੀ ਰਾਜਧਾਨੀ ਬਣਾਇਆ, ਠੀਕ ਹੈ ਜੀ। ਇਸਲਾਮਿਕ ਜਿਹੜੀ ਸ਼ਾਸਨ ਵਿਵਸਥਾ ਸੀਗੀ ਉਸਦੀ ਇੱਕ ਪਰੰਪਰਾ ਸੀਗੀ ਕਿ ਜਿਹੜਾ ਵੀ ਸ਼ਾਸਨ ਚਲਾਉਣ ਲਈ ਸ਼ਾਸਕ ਬਣਦਾ ਹੈ, ਸੁਲਤਾਨ ਬਣਦਾ ਹੈ, ਉਸ ਨੂੰ ਆਪਣੇ ਧਾਰਮਿਕ ਗੁਰੂ, ਜਿਹੜਾ ਇਸਲਾਮ ਦਾ ਧਾਰਮਿਕ ਗੁਰੂ ਸੀ ਖਲੀਫਾ, ਉਸ ਤੋਂ ਆਗਿਆ ਲੈਣੀ ਪੈਂਦੀ ਸੀਗੀ ਅਤੇ ਉਸ ਤੋਂ ਬਾਅਦ ਉਹ ਜਿਹੜਾ ਹੈ ਆਪਣੀ ਸਲਤਨਤ ਨੂੰ ਚਲਾਉਂਦਾ ਸੀ। ਪਰ ਜਿਹੜਾ ਐਬਕ ਸੀਗਾ ਉਸਨੇ 4 ਸਾਲ ਸ਼ਾਸਨ ਜਿਹੜਾ ਹੈ ਕੀਤਾ, 1206 ਤੋਂ ਲੈ ਕੇ 1210 ਈਸਵੀ ਤੱਕ, 1206 ਤੋਂ 10 ਈਸਵੀ ਤੱਕ ਸ਼ਾਸਨ ਕੀਤਾ। ਤਾਂ ਜਿਸਨੇ ਜਿਹੜਾ ਹੈ ਸੁਲਤਾਨ ਦੀ ਪਦਵੀ ਤਾਂ ਧਾਰਨ ਕੀਤੀ, ਪਰ ਉਸਨੇ ਖਲੀਫਾ ਤੋਂ ਜਿਹੜੀ ਹੈ ਪਰਮਿਸ਼ਨ ਨਹੀਂ ਲਈ, ਸੁਲਤਾਨ ਦੀ ਪਦਵੀ ਉਸਨੇ ਧਾਰਨ ਨਹੀਂ ਕੀਤੀ, ਯਾਨੀ ਕਿ ਖਲੀਫਾ ਤੋਂ ਉਸਨੇ ਕੋਈ ਪਰਮਿਸ਼ਨ ਨਹੀਂ ਲਈ, ਤਾਂ ਉਸ ਤੋਂ ਬਿਨਾਂ ਹੀ ਉਸਨੇ ਸ਼ਾਸਨ ਕਰਨਾ ਸ਼ੁਰੂ ਕਰ ਦਿੱਤਾ। ਇਹ ਪਹਿਲਾ ਸ਼ਾਸਕ ਸੀਗਾ ਜਿਸ ਨੇ ਜਿਹੜੀ ਹੈ ਸੁਲਤਾਨ ਦੀ ਉਪਾਧੀ ਧਾਰਨ ਨਹੀਂ ਕੀਤੀ। ਬਾਕੀ ਜਿਹੜੇ ਜਿੰਨੇ ਵੀ ਸਲਤਨਤ ਕਾਲ ਦੇ ਵਿੱਚ ਜਿਹੜੇ ਆਉਣਗੇ ਉਹਨਾਂ ਸਭ ਨੇ ਜਿਹੜਾ ਹੈ ਸੁਲਤਾਨ ਦੀ ਉਪਾਧੀ ਧਾਰਨ ਕੀਤੀ ਸੀ, ਠੀਕ ਹੈ ਜੀ। ਤਾਂ ਇਹ ਜਿਹੜਾ ਹੈ ਕੁਤਬੁਦੀਨ ਐਬਕ ਇਹ ਦਾਨੀ ਸੁਭਾਅ ਦਾ ਸੀਗਾ, ਠੀਕ ਹੈ। ਇਹ ਲੱਖਾਂ ਦਾ ਦਾਨ ਦੇਣ ਲਈ ਜਿਹੜਾ ਹੈ ਮਸ਼ਹੂਰ ਮੰਨਿਆ ਜਾਂਦਾ ਹੈ, ਇਸ ਲਈ ਇਸ ਦਾ ਨਾਮ ਜਿਹੜਾ ਹੈ ਲੱਖ ਬਖਸ਼ ਵੀ ਕਿਹਾ ਜਾਂਦਾ ਹੈ ਇਸ ਨੂੰ। ਤੇ ਇਹ ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਾ ਹੈ, ਲੱਖ ਬਖਸ਼ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਜਾਂ ਕੁਤਬੁਦੀਨ ਐਬਕ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਤਾਂ ਲੱਖ ਬਖਸ਼ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਹੈ, ਠੀਕ ਹੈ ਜੀ। ਜਿਹੜਾ ਕੁਤਬੁਦੀਨ ਐਬਕ ਸੀਗਾ ਇਹ ਅੱਛਾ ਨਿਰਮਾਤਾ ਵੀ ਸੀਗਾ। ਨਿਰਮਾਤਾ ਹੋਣ ਦੇ ਕਾਰਨ ਜਿਹੜਾ ਹੈ ਉਸਨੇ ਦਿੱਲੀ ਦੇ ਵਿੱਚ ਕੁਤਬੁਲ ਇਸਲਾਮ ਮਸਜਿਦ ਦੀ ਸਥਾਪਨਾ ਕਰਵਾਈ ਅਤੇ ਅਜਮੇਰ ਦੇ ਵਿੱਚ ਜਿਹੜਾ ਹੈ ਉਹ 2.5 ਦਿਨ ਦਾ ਝੌਪੜਾ ਬੋਲਿਆ ਜਾਂਦਾ, ਜਿਸ ਨੂੰ ਉਹ ਮਸਜਿਦ ਦਾ ਨਿਰਮਾਣ ਕਰਵਾਇਆ, ਠੀਕ ਹੈ। ਅਤੇ ਦਿੱਲੀ ਦੇ ਵਿੱਚ ਕੁਤਬ ਮੀਨਾਰ ਦੀ ਨੀਂਹ ਵੀ ਇਸਨੇ ਰੱਖੀ, ਤਾਂ ਇਸ ਲਈ ਇਸ ਨੂੰ ਵਧੀਆ ਨਿਰਮਾਤਾ ਦੇ ਤੌਰ ਤੇ ਵੀ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ। ਤੇ ਜਿਹੜਾ ਇਹ 2.5 ਦਿਨ ਦਾ ਝੌਂਪੜਾ ਜਿਹਨੂੰ ਕਿਹਾ ਜਾਂਦਾ ਹੈ ਮਸਜਿਦ ਨੂੰ, ਇਹ ਪਹਿਲਾਂ ਜੇ ਨੌਲੇਜ 'ਚ ਮਾੜਾ ਰੱਖਣਾ ਹੋਵੇ ਤਾਂ ਇਹ ਪਹਿਲਾਂ ਇੱਕ ਸਕੂਲ ਸੀਗਾ, ਠੀਕ ਹੈ, ਜਿਹੜਾ ਕਿ
ਚੌਹਾਨ ਵੰਸ਼ ਦੇ ਰਾਜੇ ਰਾਜਾ ਵਿਗ੍ਰਹ ਸੀਗਾ, ਉਸਨੇ ਜਿਹੜਾ ਹੈ ਸਕੂਲ ਬਣਵਾਇਆ ਸੀਗਾ। ਬਾਅਦ 'ਚ ਕੁਤਬੁਦੀਨ ਐਬਕ ਨੇ ਇਸ ਨੂੰ ਜਿਹੜਾ ਹੈ ਮਸਜਿਦ ਦੇ ਵਿੱਚ ਬਦਲ ਦਿੱਤਾ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਜਿਹੜਾ ਹੈ 1210 ਈਸਵੀ ਦੇ ਵਿੱਚ ਚੌਗਾਨ ਖੇਡਦੇ ਹੋਏ, ਜਾਂ ਫਿਰ ਤੁਸੀਂ ਕਹਿੰਦੇ ਹੋ ਪੋਲੋ ਖੇਡਦੇ ਹੋਏ, ਜਿਹੜੀ ਘੋੜੇ ਤੇ ਬੈਠ ਕੇ ਖੇਡੀ ਜਾਂਦੀ ਗੇਮ, ਉਹ ਖੇਡਦੇ ਹੋਏ ਅਚਾਨਕ ਘੋੜੇ ਤੋਂ ਡਿੱਗ ਪੈਂਦਾ ਹੈ ਤੇ ਉਸ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ। ਉਸ ਨੂੰ ਜਿਹੜਾ ਹੈ ਆਗਰਾ ਦੇ ਵਿੱਚ ਜਿਹੜਾ ਹੈ ਉਸ ਨੂੰ ਦਫਨਾਇਆ ਗਿਆ। ਠੀਕ ਹੈ ਜੀ। ਇਹ ਆਪਾਂ ਪੜਿਆ ਕੁਤਬੁਦੀਨ ਐਬਕ ਦੇ ਬਾਰੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈ ਕੁਤਬੁਦੀਨ ਐਬਕ ਤੋਂ ਬਾਅਦ ਜਿਹੜਾ ਗੱਦੀ ਤੇ ਬੈਠਦਾ ਹੈ ਉਹ ਬੈਠਦਾ ਹੈ ਜੀ 1210 ਦੇ ਵਿੱਚ ਆਰਾਮ ਸ਼ਾਹ। ਠੀਕ ਹੈ। ਆਰਾਮ ਸ਼ਾਹ ਕੌਣ ਸੀਗਾ ਜੀ? ਆਰਾਮ ਸ਼ਾਹ ਜਿਹੜਾ ਸੀਗਾ ਉਹ ਕੁਤਬੁਦੀਨ ਐਬਕ ਦਾ ਪੁੱਤਰ ਸੀਗਾ, ਜਿਹੜਾ ਕਿ 1210 ਦੇ ਵਿੱਚ ਸ਼ਾਸਕ ਬਣਿਆ, ਪਰ ਇਲਤੁਤਮਿਸ਼ ਨੇ ਉਸ ਦੀ ਹੱਤਿਆ ਕਰ ਦਿੱਤੀ। ਠੀਕ ਹੈ। ਇਹ ਬਹੁਤ ਹੀ ਥੋੜੇ ਸਮੇਂ ਲਈ ਜਿਹੜਾ ਹੈ ਸ਼ਾਸਕ ਬਣਿਆ ਸੀਗਾ। ਠੀਕ। ਕਈ ਵਾਰੀ ਇਹ ਕੁਐਸਚਨ ਵੀ ਆ ਚੁੱਕਿਆ ਹੈ ਐਗਜ਼ਾਮ ਦੇ ਵਿੱਚ ਕਿ ਕੁਤਬੁਦੀਨ ਐਬਕ ਅਤੇ ਇਲਤੁਤਮਿਸ਼ ਦੇ ਵਿਚਕਾਰ ਥੋੜੇ ਸਮੇਂ ਲਈ ਕਿਸ ਨੇ ਸ਼ਾਸਨ ਕੀਤਾ ਸੀਗਾ? ਤਾਂ ਉਹ ਸੀਗਾ ਆਰਾਮ ਸ਼ਾਹ। ਠੀਕ ਹੈ, ਜਿਸ ਨੇ ਬਹੁਤ ਹੀ ਥੋੜੇ ਸਮੇਂ ਲਈ ਜਿਹੜਾ ਹੈ ਸ਼ਾਸਨ ਕੀਤਾ। ਇਸ ਤੋਂ ਬਾਅਦ ਆਪਾਂ ਪੜਾਂਗੇ ਅਗਲਾ ਆਪਣਾ ਸ਼ਮਸ਼ੁਦੀਨ ਇਲਤੁਤਮਿਸ਼। ਇਲਤੁਤਮਿਸ਼ ਬਾਰੇ ਪੜਾਂਗੇ, ਜਿਹੜਾ ਕਿ 1210 ਦੇ ਵਿੱਚ ਗੱਦੀ ਤੇ ਬੈਠਦਾ ਹੈ ਅਤੇ 1236 ਤੱਕ ਜਿਹੜਾ ਉਸਨੇ ਸ਼ਾਸਨ ਚਲਾਇਆ। ਜਿਹੜਾ ਇਲਤੁਤਮਿਸ਼ ਸੀਗਾ ਜੀ, ਇਲਤੁਤਮਿਸ਼ ਕੁਤਬੁਦੀਨ ਐਬਕ ਦਾ ਗੁਲਾਮ ਸੀਗਾ ਅਤੇ ਉਸਦਾ ਜਮਾਈ ਵੀ ਸੀ। ਠੀਕ ਹੈ ਜੀ। ਇਲਤੁਤਮਿਸ਼ ਜਦੋਂ ਗੱਦੀ ਤੇ ਬੈਠਾ ਤਾਂ ਇਸਨੇ ਜਿਹੜੀ ਹੈ ਪਰੰਪਰਾ ਦਾ ਸਵਾਗਤ ਕੀਤਾ। ਪਰੰਪਰਾ ਦੇ ਨਾਲ ਜਿਹੜਾ ਹੈ ਖਲੀਫਾ ਦੇ ਕੋਲ ਪਰਮਿਸ਼ਨ ਲਈ ਅਤੇ ਸੁਲਤਾਨ ਦੀ ਉਪਾਧੀ ਧਾਰਨ ਕੀਤੀ। ਤਾਂ ਤੁਸੀਂ ਇਹ ਵੀ ਯਾਦ ਰੱਖਣਾ ਹੈ ਕਿ ਦਿੱਲੀ ਸਲਤਨਤ ਦੇ ਵਿੱਚ ਜਿਹੜਾ ਹੈ ਸਭ ਤੋਂ ਪਹਿਲਾਂ ਜਿਹੜਾ ਰਾਜਾ ਸੀਗਾ ਜਿਸ ਨੇ ਸੁਲਤਾਨ ਦੀ ਉਪਾਧੀ ਜਿਹੜੀ ਧਾਰਨ ਕੀਤੀ ਉਹ ਸੀਗਾ ਜੀ ਸ਼ਮਸ਼ੁਦੀਨ ਇਲਤੁਤਮਿਸ਼। ਠੀਕ ਹੈ। ਇਸ ਤੋਂ ਪਹਿਲਾਂ ਜਿਹੜਾ ਹੈ ਇਹਨਾਂ ਨੇ ਇਹ ਉਪਾਧੀ ਧਾਰਨ ਨਹੀਂ ਕੀਤੀ ਸੀਗੀ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਜਿਹੜਾ ਹੈ ਇਲਤੁਤਮਿਸ਼, ਇਹਨਾਂ ਨੇ ਆਪਣੀ ਰਾਜਧਾਨੀ ਜਿਹੜੀ ਹੈ ਲਾਹੌਰ ਤੋਂ ਬਦਲ ਕੇ ਦਿੱਲੀ ਲੈ ਕੇ ਆਂਦੀ। ਦਿੱਲੀ ਨੂੰ ਜਿਹੜਾ ਆਪਣੀ ਰਾਜਧਾਨੀ ਬਣਾਇਆ। ਇਹਨੇ ਸਹੀ ਤਰੀਕੇ ਨਾਲ ਜਿਹੜਾ ਹੈ ਗੱਦੀ ਤੇ ਬੈਠਿਆ ਸੀਗਾ, ਸੁਲਤਾਨ ਦੀ ਉਪਾਧੀ ਧਾਰਨ ਕਰਕੇ, ਖਲੀਫਾ ਤੋਂ ਪੁੱਛ ਕੇ। ਇਸ ਲਈ ਜਿਹੜਾ ਹੈ ਇਸ ਨੂੰ ਦਿੱਲੀ ਦਾ ਜਾਂ ਸਲਤਨਤ ਕਾਲ ਦਾ ਵਾਸਤਵਿਕ ਸੰਸਥਾਪਕ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ, ਕਿਉਂਕਿ ਕੁਤਬੁਦੀਨ ਐਬਕ ਜਿਹੜਾ ਸੀਗਾ ਉਸਨੇ 1206 ਤੋਂ ਲੈ ਕੇ 1210 ਤੱਕ ਸਿਰਫ 4 ਸਾਲ ਰਾਜ ਕੀਤਾ। ਉਹ ਤੇ 4 ਸਾਲ ਦੇ ਵਿੱਚ ਉਹ ਇੰਨਾ ਬਿਜ਼ੀ ਰਿਹਾ, ਸ਼ਾਇਦ ਉਹ ਉਪਾਧੀ ਲੈਣ ਲਈ ਸੁਲਤਾਨ ਦੀ ਜਾਂ ਫਿਰ ਖਲੀਫਾ ਤੋਂ ਪਰਮਿਸ਼ਨ ਲੈਣ ਦਾ ਉਹਨੂੰ ਸਮਾਂ ਹੀ ਨਹੀਂ ਮਿਲਿਆ, ਤੇ ਸ਼ਾਇਦ ਇਸ ਕਰਕੇ ਉਸਨੇ ਨਹੀਂ ਲਿਆ। ਲੇਕਿਨ ਇਲਤੁਤਮਿਸ਼ ਨੇ ਜਿਹੜਾ ਹੈ ਪਹਿਲਾਂ ਪਰਮਿਸ਼ਨ ਲੈ ਕੇ ਫਿਰ ਉਸ ਤੋਂ ਬਾਅਦ ਰਾਜਗੱਦੀ ਤੇ ਬੈਠਿਆ। ਉਸ ਤੋਂ ਬਾਅਦ ਉਸਨੇ ਰਾਜਧਾਨੀ ਆਪਣੀ ਦਿੱਲੀ ਜਿਹੜੀ ਹੈ ਉਸ ਨੂੰ ਰਾਜਧਾਨੀ ਬਣਾਇਆ। ਠੀਕ ਹੈ ਜੀ। ਇੱਥੇ ਇੱਕ ਚੀਜ਼ ਹੋਰ ਯਾਦ ਰੱਖਿਓ, ਖਲੀਫਾ ਨੇ ਉਸ ਨੂੰ ਸੁਲਤਾਨ ਦੀ ਉਪਾਧੀ ਦਿੱਤੀ। ਠੀਕ ਹੈ। ਅਤੇ ਨਾਲ ਹੀ ਉਸਨੇ ਜਿਹੜਾ ਹੈ ਖਿਲਵਤ ਨਾਮ ਦੀ ਜਿਹੜੀ ਹੈ ਇਹ ਵੀ ਉਪਾਧੀ ਨੂੰ ਖਲੀਫਾ ਵੱਲੋਂ ਪ੍ਰਾਪਤ ਹੋਈ। ਖਲੀਫਾ ਨੇ ਉਸ ਨੂੰ ਸੁਲਤਾਨ ਅਤੇ ਖਿਲਵਤ ਦੀ ਜਿਹੜੀ ਉਪਾਧੀ ਦਿੱਤੀ। ਠੀਕ ਹੈ ਜੀ। ਉਸਨੇ ਜਿਹੜਾ ਹੈ ਇਕਤਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਇਕਤਾ ਪ੍ਰਣਾਲੀ ਜਿਹੜੀ ਹੈ ਉਹ ਚਲਾਈ, ਜੋ ਕਿ ਇੱਕ ਤਰ੍ਹਾਂ ਦਾ ਜ਼ਮੀਨ ਤੇ ਟੈਕਸ ਸੀਗਾ। ਜ਼ਿਮੀਂਦਾਰਾਂ ਨੂੰ ਕੁਝ ਹਿੱਸਾ ਜਿਹੜਾ ਹੈ ਜ਼ਮੀਨ ਦਾ ਦਿੱਤਾ ਜਾਂਦਾ ਸੀਗਾ ਅਤੇ ਉਸ ਦੇ ਬਦਲੇ ਉਹਨਾਂ ਤੋਂ ਟੈਕਸ ਵਸੂਲਿਆ ਜਾਂਦਾ ਸੀ। ਇਸ ਤੋਂ ਇਲਾਵਾ ਉਸਨੇ ਜਿਹੜਾ ਹੈ ਬਾਅਦ ਦੇ ਵਿੱਚ ਤੁਰਕੇ ਚਹਿਲਗਾਨੀ, ਜਿਸ ਦਾ ਮਤਲਬ ਹੁੰਦਾ ਹੈ ਕਿ 40 ਸਰਦਾਰਾਂ ਦਾ ਦਲ, ਉਹ ਵੀ ਬਣਾਇਆ, ਕਿਉਂਕਿ ਉਹ ਆਪਣੀ ਫੌਜ ਨੂੰ ਜਿਹੜਾ ਹੈ ਉਹ ਸਟਰੋਂਗ ਬਣਾਉਣਾ ਚਾਹੁੰਦਾ ਸੀਗਾ, ਜਿਹਦੇ ਕਰਕੇ ਉਸਨੇ ਜਿਹੜਾ ਤੁਰਗਾਨੇ ਚਹਿਲਗਾਨੀ ਜਿਹੜੀ ਹੈ ਉਹ ਬਣਾਈ। ਉਸਨੇ ਜਿਹੜਾ ਹੈ ਸ਼ੁੱਧ ਅਰਬੀ ਦੇ ਸਿੱਕੇ ਵੀ ਚਲਾਏ ਅਤੇ ਚਾਂਦੀ, ਟੰਕਾ, ਤਾਂਬੇ ਦਾ ਜਿੱਤਲ, ਇਹ ਜਿਹੜਾ ਹੈ ਇਸ ਦੀ ਵੀ ਜਿਹੜੀ ਇਸ ਦੇ ਸਿੱਕੇ ਵੀ ਉਸਨੇ ਚਲਾਏ। ਠੀਕ ਹੈ ਜੀ। ਕੁਤਬ ਮੀਨਾਰ ਦਾ ਨਿਰਮਾਣ ਕਰਵਾਇਆ, ਜਿਹੜਾ ਕਿ ਕੁਤਬੁਦੀਨ ਐਬਕ ਨੇ ਸ਼ੁਰੂਆਤ ਕੀਤੀ ਸੀ, ਉਸ ਨੂੰ ਕੰਪਲੀਟ ਜਿਹੜਾ ਉਹ ਕਰਵਾਇਆ ਗਿਆ। ਕੁਤਬੁਦੀਨ ਐਬਕ ਨੇ ਜਿਹੜੀ ਸ਼ੁਰੂਆਤ ਕੀਤੀ ਸੀਗੀ ਬਣਾਉਣ ਦੀ ਕੁਤਬ ਮੀਨਾਰ, ਉਸ ਨੂੰ ਕੰਪਲੀਟ ਜਿਹੜਾ ਕਰਵਾਇਆ ਉਹ ਇਲਤੁਤਮਿਸ਼ ਨੇ ਕਰਵਾਇਆ। ਠੀਕ ਹੈ ਜੀ।
ਇੱਕ ਕੁਐਸਚਨ ਇੱਥੇ ਇਹ ਵੀ ਆਉਂਦਾ ਹੈ ਕਿ ਜਿਹੜੀ ਕੁਤਬ ਮੀਨਾਰ ਬਣਾਈ ਗਈ ਸੀਗੀ ਉਹ ਕਿਸ ਦੇ ਨਾਮ ਤੇ ਬਣਾਈ ਗਈ ਸੀਗੀ। ਸੋ ਬਹੁਤ ਸਾਰੇ ਬੱਚੇ ਇਸ ਕੁਐਸਚਨ ਨੂੰ ਗਲਤ ਕਰਕੇ ਆਉਂਦੇ, ਕਿਉਂਕਿ ਕੁਤਬੁੱਦੀਨ ਐਬਕ ਨੇ ਜਿਹੜੀ ਹੈ ਸ਼ੁਰੂਆਤ ਕੀਤੀ ਸੀਗੀ ਕੁਤਬ ਮੀਨਾਰ ਬਣਾਉਣ ਦੀ, ਇਸ ਲਈ ਬਹੁਤ ਸਾਰੇ ਬੱਚੇ ਜਿਹੜੇ ਕੁਤਬੁੱਦੀਨ ਐਬਕ ਜਿਹੜਾ ਆਨਸਰ ਟਿਕ ਕਰ ਦਿੰਦੇ ਨੇ, ਤਾਂ ਇਹ ਗਲਤ ਹੋ ਜਾਏਗਾ, ਕਿਉਂਕਿ ਕੁਤਬ ਮੀਨਾਰ ਜਿਹੜੀ ਹੈ ਉਹ ਕੁਤਬੁੱਦੀਨ ਬਖਤਿਆਰ ਕਾਕੀ ਦੇ ਨਾਮ ਦੇ ਸੰਤ ਦੇ ਨਾਮ ਤੇ ਜਿਹੜੀ ਹੈ ਇਹ ਬਣਾਈ ਗਈ ਸੀ, ਕੁਤਬੁੱਦੀਨ ਐਬਕ ਦੁਆਰਾ ਸ਼ੁਰੂਆਤ ਕੀਤੀ ਸੀਗੀ। ਠੀਕ ਹੈ ਜੀ। ਬਾਅਦ ਚ ਕੰਪਲੀਟ ਕਿਸ ਨੇ ਕੀਤਾ ਇਸ ਨੂੰ? ਇਲਤੁਤਮਿਸ਼ ਨੇ ਕੀਤਾ। ਫਿਰ ਤੋਂ ਬਾਅਦ ਜਿਹੜਾ ਹੈ ਦਿੱਲੀ ਦੇ ਉੱਪਰ ਮੰਗੋਲ ਸ਼ਾਸਕ ਚੰਗੇਜ਼ ਖਾਨ ਦਾ ਜਿਹੜਾ ਹਮਲਾ ਭਾਰਤ ਦੀ ਉੱਤਰੀ ਪੱਛਮੀ ਸੀਮਾ ਤੇ ਜਿਹੜਾ ਹੈ ਹੋਇਆ, ਅਤੇ ਇਸ ਸਮੇਂ ਜਿਹੜਾ ਦਿੱਲੀ ਦੇ ਵਿੱਚ ਸੀਗਾ ਇਲਤੁਤਮਿਸ਼, ਉਸਨੇ ਜਿਹੜਾ ਹੈ ਮੰਗੋਲਾਂ ਦੇ ਜਿਹੜੇ ਹਮਲੇ ਨੂੰ ਜਿਹੜਾ ਹੈ ਉਹ ਕਾਮਯਾਬ ਨਹੀਂ ਹੋਣ ਦਿੱਤਾ। ਸੋ ਪਹਿਲਾ ਸ਼ਾਸਕ ਜਿਨ੍ਹਾਂ ਦੇ ਸਮੇਂ ਜਿਹੜਾ ਮੰਗੋਲਾਂ ਦਾ ਹਮਲਾ ਹੋਇਆ, ਜਾਂ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ ਮੰਗੋਲ ਦਾ ਹਮਲਾ ਜਦੋਂ ਭਾਰਤ ਤੇ ਹੋਇਆ ਤਾਂ ਉਸ ਟਾਈਮ ਦਿੱਲੀ ਦੀ ਸਲਤਨਤ ਤੇ ਕੌਣ ਸੀਗਾ, ਗੱਦੀ ਤੇ ਕੌਣ ਸੀਗਾ, ਤਾਂ ਤੁਸੀਂ ਕੀ ਦੱਸਣਾ? ਇਲਤੁਤਮਿਸ਼। ਇਲਤੁਤਮਿਸ਼ ਦੇ ਸਮੇਂ ਜਿਹੜਾ ਹੈ ਮੰਗੋਲ ਸ਼ਾਸਕ ਚੰਗੇਜ਼ ਖਾਨ ਦਾ ਹਮਲਾ ਹੋਇਆ ਸੀਗਾ, ਲੇਕਿਨ ਉਸਨੇ ਉਸ ਨੂੰ ਨਾਕਾਮ ਕਰ ਦਿੱਤਾ। ਸ਼ਮਸ਼ੁਦੀਨ ਇਲਤੁਤਮਿਸ਼ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਹੈ ਉਸ ਦਾ ਪੁੱਤਰ ਰੁਕਨੁਦੀਨ ਜਿਹੜਾ ਹੈ ਉਹ ਗੱਦੀ ਤੇ ਬੈਠਿਆ। ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਹੈ ਰੁਕਨੁਦੀਨ ਜਿਹੜਾ ਸੀਗਾ ਇਲਤੁਤਮਿਸ਼ ਦਾ ਪੁੱਤਰ, ਉਹ ਗੱਦੀ ਤੇ ਬੈਠਾ, ਪਰ ਰੁਕਨੁਦੀਨ ਜਿਹੜਾ ਸੀਗਾ ਉਹ ਇੰਨਾ ਕਾਬਿਲ ਨਹੀਂ ਸੀਗਾ ਕਿ ਰਾਜ ਜਿਹੜਾ ਉਹ ਸੰਭਾਲ ਸਕੇ। ਠੀਕ ਹੈ। ਇਸ ਲਈ ਜਿਹੜਾ ਹੈ ਉਸ ਦੀ ਲੜਕੀ ਰਜੀਆ, ਇਲਤੁਤਮਿਸ਼ ਦੀ ਰਜੀਆ ਸੁਲਤਾਨਾ ਜਿਹੜੀ ਹੈ ਉਹ ਗੱਦੀ ਨੂੰ ਸੰਭਾਲਦੀ ਹੈ। ਤਾਂ ਆਪਾਂ ਪੜਾਂਗੇ ਹੁਣ ਰਜੀਆ ਸੁਲਤਾਨ ਬਾਰੇ। ਰਜੀਆ ਸੁਲਤਾਨਾ ਜਿਹੜੀ ਕਿ 1236 ਦੇ ਵਿੱਚ ਜਿਹੜਾ ਹੈ ਗੱਦੀ ਤੇ ਬੈਠਦੀ ਹੈ ਅਤੇ 1240 ਤੱਕ ਜਿਹੜੀ ਹੈ ਉਹ ਰਾਜ ਕਰਦੀ ਹੈ। ਠੀਕ ਹੈ ਜੀ। ਆਪਾਂ ਗੱਲ ਕਰਦੇ ਹਾਂ ਹੁਣ ਰਜੀਆ ਸੁਲਤਾਨ ਬਾਰੇ। ਕਿਉਂਕਿ ਰੁਕਨੁਦੀਨ ਜਿਹੜਾ ਸੀਗਾ ਆਪਾਂ ਪੜਿਆ ਕਿ ਕਮਜ਼ੋਰ ਸ਼ਾਸਕ ਸੀਗਾ, ਇਸ ਲਈ ਗੱਦੀ ਜਿਹੜੀ ਹੈ ਉਹ ਸੰਭਾਲੀ ਰਾਜਿਆਂ ਨੇ। ਠੀਕ ਹੈ। ਉਹ ਰਜੀਆ ਨੇ ਗੱਦੀ ਸੰਭਾਲੀ। ਰਜੀਆ ਨੇ ਜਦੋਂ ਗੱਦੀ ਤੇ ਬੈਠੀ ਤਾਂ ਉਹ ਬਿਲਕੁਲ ਇਲਤੁਤਮਿਸ਼ ਦੀ ਤਰ੍ਹਾਂ ਹੀ ਜਿਹੜਾ ਹੈ ਜੈਂਟਸ ਵਾਲੇ ਜਾਂ ਮਰਦਾਂ ਵਾਲੇ ਕੱਪੜੇ ਪਹਿਨ ਕੇ ਗੱਦੀ ਤੇ ਬੈਠਦੀ ਸੀ, ਉਸੇ ਤਰ੍ਹਾਂ ਹੀ ਟੋਪੀ ਵਗੈਰਾ ਪਾ ਕੇ ਜਿਹੜੀ ਹੈ ਉਹ ਗੱਦੀ ਤੇ ਬੈਠਦੀ ਸੀਗੀ। ਠੀਕ ਹੈ। ਜਿਹੜੇ ਗੱਦੀ ਦੇ ਆਸ-ਪਾਸ ਦੇ ਮੰਤਰੀ ਸੀਗੇ ਉਹਨਾਂ ਨੂੰ ਇਹ ਪਸੰਦ ਬਿਲਕੁਲ ਨਹੀਂ ਆਇਆ। ਉਹਨਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਸੀਗਾ ਕਿ ਉਹ ਇੱਕ ਇਸਤਰੀ ਦੇ ਅੱਗੇ ਜਿਹੜਾ ਹੈ ਉਹ ਸਿਰ ਝੁਕਾਉਣ। ਇਸ ਤਰ੍ਹਾਂ ਜਿਹੜਾ ਹੈ ਮੰਤਰੀਆਂ ਨੇ ਜਿਹੜਾ ਹੈ ਆਪਣੇ ਦੋ ਗਰੁੱਪ ਬਣਾ ਲਏ। ਉਹਨਾਂ ਦੇ ਦੋ ਗਰੁੱਪ ਬਣ ਗਏ, ਕੁਝ ਜਿਹੜੇ ਰਜੀਆ ਦੇ ਸਮਰਥਕ ਸੀਗੇ ਅਤੇ ਦੂਜੇ ਜਿਹੜੇ ਸੀਗੇ ਉਹ ਵਿਰੋਧੀ ਸੀਗੇ। ਇਸ ਲਈ ਰਜੀਆ ਨੇ ਜਿਹੜਾ ਹੈ ਇਸ ਸਥਿਤੀ ਨੂੰ ਦੇਖਦੇ ਹੋਏ ਯਾਕੂਤ ਨਾਮਕ ਜਿਹੜਾ ਇੱਕ ਵਿਅਕਤੀ ਸੀਗਾ, ਠੀਕ ਹੈ, ਯਾਕੂਤ ਨਾਮਕ ਵਿਅਕਤੀ ਸੀਗਾ, ਉਸ ਨੂੰ ਜਿਹੜਾ ਹੈ ਆਪਣੇ ਦਰਬਾਰ ਦੇ ਵਿੱਚ ਰੱਖਿਆ। ਹੌਲੀ ਹੌਲੀ ਕਹਿੰਦੇ ਕਿ ਉਸਦੇ ਜਿਹੜੇ ਸਬੰਧ ਸੀਗੇ ਯਾਕੂਤ ਨਾਲ ਉਹ ਜ਼ਿਆਦਾ ਵੱਧ ਗਏ। ਠੀਕ ਹੈ। ਤੇ ਉਸਨੇ ਜਿਹੜਾ ਯਾਕੂਤ ਨੂੰ ਜਿਹੜੀ ਉਹਦੀ ਘੋੜਾਸ਼ਾਲਾ ਸੀ ਜਿਹਦੇ ਵਿੱਚ ਘੋੜੇ ਸੰਭੇ ਜਾਂਦੇ ਸੀ ਉਸ ਦਾ ਹੈੱਡ ਬਣਾ ਦਿੱਤਾ। ਠੀਕ ਹੈ। ਕਿਉਂਕਿ ਯਾਕੂਤ ਨੀਵੀਂ ਜਾਤੀ ਦਾ ਸੀਗਾ, ਇਸ ਲਈ ਅਮੀਰ ਜਿਹੜੇ ਸੀਗੇ ਉਹ ਰਜੀਆ ਦੇ ਬਿਲਕੁਲ ਹੀ ਖਿਲਾਫ ਹੋ ਗਏ ਕਿ ਉਸ ਨੂੰ ਜਿਹੜਾ ਇੱਕਦਮ ਹੀ ਬਹੁਤ ਵੱਡੀ ਜਿਹੜੀ ਹੈ ਪੋਸਟ ਤੇ ਬਿਠਾ ਦਿੱਤਾ ਗਿਆ, ਤੇ ਅਮੀਰ ਜਿਹੜੇ ਸੀ ਉਹ ਇਸ ਦੇ ਬਿਲਕੁਲ ਖਿਲਾਫ ਹੋ ਗਏ। ਇਸ ਲਈ ਦਰਬਾਰੀਆਂ ਨੇ ਜਿਹੜਾ ਹੈ ਦੁਖੀ ਹੋ ਕੇ ਬਠਿੰਡਾ ਦਾ ਇੱਕ ਰਾਜਾ ਸੀਗਾ ਅਲਤੂਨੀਆ, ਅਲਤੂਨੀਆ ਨੂੰ ਜਿਹੜਾ ਹੈ ਉਹਨਾਂ ਨੇ ਬੁਲਾਇਆ ਕਿ ਤੁਸੀਂ ਆ ਕੇ ਜਿਹੜਾ ਹੈ ਹਮਲਾ ਕਰ ਦਿਓ ਇੱਥੇ। ਠੀਕ ਹੈ। ਹਮਲਾ ਕਰਨ ਲਈ ਉਹਨਾਂ ਨੇ ਉਸ ਨੂੰ ਬੁਲਾਇਆ ਤੇ ਰਜੀਆ ਨੂੰ ਹਰਾਉਣ ਲਈ ਕਿਹਾ। ਅਲਤੂਨੀਆ ਨੇ ਹਮਲਾ ਕਰਕੇ ਯਾਕੂਤ ਦੀ ਜਿਹੜੀ ਹੈ ਹੱਤਿਆ ਕਰ ਦਿੱਤੀ ਅਤੇ ਰਜੀਆ ਨੂੰ ਬੰਦੀ ਬਣਾ ਲਿਆ ਗਿਆ। ਰਜੀਆ ਨੇ ਫਿਰ ਚਾਲ ਖੇਡੀ ਥੋੜੀ ਜੀ। ਉਸਨੇ ਆਪਣਾ ਸ਼ਾਸਨ ਬਚਾਉਣ ਲਈ ਅਲਤੂਨੀਆ ਜਿਹੜਾ ਰਾਜਾ ਸੀਗਾ ਬਠਿੰਡਾ ਦਾ, ਉਸ ਨਾਲ ਕੀ ਕੀਤਾ ਜੀ? ਵਿਆਹ ਕਰ ਲਿਆ। ਅਲਤੂਨੀਆ ਰਜੀਆ ਨਾਲ ਵਿਆਹ ਕਰਕੇ ਉਸ ਨੂੰ ਦਿੱਲੀ ਤੋਂ ਜਿਹੜਾ ਬਾਹਰ ਲੈ ਗਿਆ ਅਤੇ ਪਿੱਛੋਂ ਕੀ ਸੀਗਾ ਜੀ? ਪਿੱਛੋਂ ਦਿੱਲੀ ਦੀ ਗੱਦੀ ਜਿਹੜੀ ਸੀ ਉਹ ਖਾਲੀ ਹੋ ਗਈ। ਜਦੋਂ ਦਿੱਲੀ ਦੀ ਗੱਦੀ ਖਾਲੀ ਹੋ ਗਈ ਉਸ ਦਾ ਫਾਇਦਾ ਜਿਹੜਾ ਚੁੱਕ ਕੇ ਬਹਿਰਾਮ ਸ਼ਾਹ ਜਿਹੜਾ ਕਿ ਇਲਤੁਤਮਿਸ਼ ਦਾ ਪੁੱਤਰ ਸੀਗਾ, ਰੁਕਨੁਦੀਨ ਸੀਗਾ ਇੱਕ ਪਹਿਲਾਂ ਜਿਹੜਾ ਕਿ ਨਾਕਾਮਯਾਬ ਸੀਗਾ। ਠੀਕ ਹੈ ਜੀ। ਕਮਜ਼ੋਰ ਸ਼ਾਸਕ ਸੀਗਾ, ਉਹ ਤਾਂ ਪਹਿਲਾਂ ਹੀ ਗੱਦੀ ਤੇ ਨਹੀਂ ਬੈਠਿਆ, ਛੱਡਤਾ। ਦੁਬਾਰਾ ਜਿਹੜਾ ਸੀਗਾ ਇਹ ਬਹਿਰਾਮ ਸ਼ਾਹ ਉਹ ਗੱਦੀ ਤੇ ਬੈਠਿਆ। ਠੀਕ ਹੈ ਜੀ। ਬਹਿਰਾਮ ਸ਼ਾਹ ਨੇ ਗੱਦੀ ਸੰਭਾਲ ਲਈ ਖਾਲੀ ਸੀ ਜਦੋਂ। ਰਜੀਆ ਤੇ ਅਲਤੂਨੀਆ
ਰਜੀਆ ਨੇ ਅਲਤੂਨੀਆ ਨੂੰ ਕਹੇ ਕਿ ਵਾਪਸ ਦਿੱਲੀ ਤੇ ਕਬਜ਼ਾ ਕਰਨ ਲਈ ਬਠਿੰਡਾ ਤੋਂ ਦਿੱਲੀ ਵੱਲ ਚੱਲ ਪਏ ਕਿ ਦਿੱਲੀ ਦੀ ਗੱਦੀ ਫਿਰ ਤੋਂ ਖਾਲੀ ਕਰਾਈ ਜਾਵੇ। ਆਪਣੇ ਯਾਨੀ ਕਿ ਆਪਣੇ ਭਰਾ ਦੇ ਨਾਲ, ਬ੍ਰਦਰ ਨਾਲ ਜਿਹੜਾ ਉਸਨੇ ਵਿਦਰੋਹ ਕੀਤਾ। ਠੀਕ ਹੈ ਜੀ। ਬਟ 1240 ਦੇ ਵਿੱਚ ਜਿਹੜਾ ਹੈ ਬਹਿਰਾਮ ਸ਼ਾਹ ਨੇ ਜਿਹੜਾ ਹੈ 1240 ਦੇ ਵਿੱਚ ਰਜੀਆ ਅਤੇ ਅਲਤੂਨੀਆ ਜਿਹੜਾ ਸੀਗਾ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ। ਰਸਤੇ ਵਿੱਚ ਹੱਤਿਆ ਕੀਤੀ ਗਈ ਸੀਗੀ ਜੀ ਕੈਥਲ ਦੇ ਕੋਲ। ਠੀਕ ਹੈ ਜੀ। ਕੈਥਲ ਦੇ ਕੋਲ ਜਿਹੜਾ ਹਰਿਆਣੇ ਦੇ ਵਿੱਚ ਪੈਂਦਾ ਕੈਥਲ, ਉੱਥੇ ਇਹਨਾਂ ਦੀ ਜਿਹੜੀ ਹੈ ਉਹ ਹੱਤਿਆ ਕਰ ਦਿੱਤੀ ਗਈ। ਅੱਗੇ ਚੱਲਦੇ ਹਾਂ ਜੀ। ਅੱਗੇ ਰਜਾ ਸੁਲਤਾਨ ਤੋਂ ਬਾਅਦ ਜਿਹੜਾ ਹੈ ਜੇ ਆਪਾਂ ਗੱਲ ਕਰੀਏ ਤਾਂ ਰਜਾ ਸੁਲਤਾਨ ਤੋਂ ਬਾਅਦ ਬਹਿਰਾਮ ਸ਼ਾਹ ਨੇ ਗੱਦੀ ਸੰਭਾਲੀ ਸੀਗੀ। ਬਹਿਰਾਮ ਸ਼ਾਹ ਜਿਹੜਾ ਕਿ 1240 ਤੋਂ ਲੈ ਕੇ 42 ਤੱਕ ਗੱਦੀ ਤੇ ਬੈਠਾ। ਉਸ ਤੋਂ ਬਾਅਦ ਜਿਹੜਾ ਹੈ ਅਲਾਉਦੀਨ ਮਸੂਦ ਆਇਆ ਜੀ। ਅਲਾਉਦੀਨ ਮਸੂਦ ਇਹ ਗੱਦੀ ਤੇ ਬੈਠੇ ਜੀ। ਇਹਨੇ 1242 ਤੋਂ ਲੈ ਕੇ 46 ਤੱਕ ਰਾਜ ਕੀਤਾ। ਉਸ ਤੋਂ ਬਾਅਦ ਆਇਆ ਜੀ ਨਸੀਰੁਦੀਨ ਮਹਿਮੂਦ ਜਿਹੜਾ ਸੀਗਾ ਉਸਨੇ ਜਿਹੜਾ ਹੈ 1246 ਤੋਂ 66 ਤੱਕ ਜਿਹੜਾ ਹੈ ਰਾਜ ਕੀਤਾ। ਤਾਂ ਇਹ ਜਿਹੜੇ ਬਹਿਰਾਮ ਸ਼ਾਹ ਹੋ ਗਿਆ, ਅਲਾਉਦੀਨ ਮਸੂਦ ਹੋ ਗਿਆ ਜਾਂ ਨਸੀਰੁਦੀਨ ਮਹਿਮੂਦ ਹੋ ਗਿਆ, ਇਹਨਾਂ ਨੇ ਜਿਹੜਾ ਹੈ ਬਹੁਤ ਥੋੜੇ ਸਮੇਂ ਤੱਕ ਰਾਜ ਕੀਤਾ। ਇਹ ਹੌਲੀ ਹੌਲੀ ਜਿਹੜਾ ਹੈ ਸਰਕਾਰ ਇਹਨਾਂ ਦੀ ਚੱਲਦੀ ਗਈ, ਰਾਜ ਇਹਨਾਂ ਦਾ ਚੱਲਦਾ ਗਿਆ। ਉਸ ਤੋਂ ਬਾਅਦ ਜਿਹੜਾ ਹੈ ਨਵਾਂ ਸ਼ਾਸਕ ਬਣਦਾ ਹੈ, ਉਹ ਬਣਦਾ ਹੈ ਜੀ ਬਲਬਨ, ਜਿਹੜਾ ਕਿ ਜਿਸਨੇ ਜਿਹੜੀ ਅੱਛੇ ਤਰੀਕੇ ਨਾਲ ਜਿਹੜਾ ਫਿਰ ਤੋਂ ਦਿੱਲੀ ਸਲਤਨਤ ਸੰਭਾਲਿਆ। ਤਾਂ ਇਸ ਦੇ ਬਾਰੇ ਪੜ੍ਹਦੇ ਹਾਂ ਕੌਣ ਸੀਗਾ ਬਲਬਨ। ਤਾਂ ਬਲਬਨ ਜਿਹੜਾ ਸੀਗਾ ਇਹ ਇੱਕ ਜਿਹੜੀ ਇਲਤੁਤਮਿਸ਼ ਨੇ ਬਣਾਈ ਸੀਗੀ ਤੁਰਕਗਾਨੇ ਚਹਿਲਗਾਨੀ, ਇਹ ਜਿਹੜੀ ਬਣਾਈ ਸੀਗੀ 40 ਸਰਦਾਰਾਂ ਦੀ ਜਿਹੜਾ ਗਰੁੱਪ ਬਣਾਇਆ ਸੀਗਾ, ਉਹਦੇ ਵਿੱਚੋਂ ਇੱਕ ਜਿਹੜਾ ਸੀਗਾ ਉਹ ਸੀਗਾ ਬਲਬਨ। ਠੀਕ ਹੈ। ਤੁਰਕੇ ਚਹਿਲਗਾਨੀ ਵਿੱਚੋਂ ਇੱਕ ਸੀਗਾ ਬਲਬਨ, ਯਾਨੀ ਕਿ 40 ਸਰਦਾਰਾਂ ਦੇ ਵਿੱਚੋਂ ਇੱਕ ਸੀਗਾ, ਪਰ ਬਹੁਤ ਹੀ ਜਿਹੜਾ ਹੈ ਬੁੱਧੀਸ਼ਾਲੀ ਸੀਗਾ। ਉਸਨੇ ਹਰੇਕ ਸ਼ਾਸਕ ਦੇ ਨਾਲ ਰਹਿ ਕੇ ਆਪਣੀ ਤਾਕਤ ਨੂੰ ਜਿਹੜਾ ਵਧਾਇਆ, ਆਪਣੇ ਆਪ ਨੂੰ ਹੋਰ ਮਜ਼ਬੂਤ ਕੀਤਾ। ਫਿਰ ਉਸਨੇ ਆਪਣੀ ਜਿਹੜਾ ਹੈ ਲੜਕੀ ਦਾ ਵਿਆਹ ਉਸਨੇ ਕਰਤਾ ਕਿਹਦੇ ਨਾਲ? ਨਸੀਰੁਦੀਨ ਮਹਿਮੂਦ ਨਾਲ। ਆ ਜਿਹੜਾ ਲਾਸਟ ਸ਼ਾਸਕ ਬਣਾਇਆ ਸੀਗਾ 1246 ਤੋਂ 66 ਤੱਕ, ਇਸ ਦੇ ਨਾਲ ਉਸਨੇ ਆਪਣੀ ਲੜਕੀ ਦਾ ਜਿਹੜਾ ਵਿਆਹ ਕਰ ਦਿੱਤਾ। ਠੀਕ ਹੈ ਜੀ। ਇਸ ਦਾ ਨਤੀਜਾ ਇਹ ਹੋਇਆ ਕਿ ਰਾਜਾ ਜਿਹੜਾ ਸੀ ਉਸਦਾ ਜਵਾਈ ਬਣ ਗਿਆ ਅਤੇ ਉਸਦਾ ਪ੍ਰਭਾਵ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ। ਫਿਰ ਉਹ ਆਪ ਜਿਹੜਾ ਹੈ ਆਪਣੇ ਦਾਮਾਦ ਨੂੰ ਗੱਦੀ ਤੋਂ ਉਤਰਵਾ ਕੇ ਉਸਦੀ ਹੱਤਿਆ ਕਰਕੇ ਆਪ ਗੱਦੀ ਤੇ ਬੈਠ ਜਾਂਦਾ ਹੈ। ਠੀਕ ਹੈ ਜੀ। तो बलबन का आप पूरा नाम पढ़िया की है ग्यासुद्दीन बलबन इसका पूरा नाम सीगा। ठीक है। 1249 ईस्वी बलबन ने अपनी लड़की का विआह जिहड़ा नसीरुद्दीन नाल कीता। नसीरुद्दीन ने बलबन नूं याद रखना तुसीं बड़ा इंपॉर्टेंट है कि उलंगा खान की जिहड़ी है उपाधि नसीरुद्दीन ने बलबन नूं दित्ती। ठीक है जी। उस तो बाद जिहड़ा है बलबन ने उस तो नसीरुद्दीन की हत्या कर दी और आप जिहड़ा वो गद्दी ते बैठ गया। ठीक है जी। उस समय कहा जाता है कि जिहड़ी सत्ता की हालत सीगी नसीरुद्दीन दे समय बहुत तरसयोग हो गई सीगी। उहदे कोल बहुत ज़्यादा खजाना नहीं सीगा। ईवन जिहड़ा नसीरुद्दीन सीगा उसनों अपनी टोपी जिहड़ी है फटी हुई टोपी नूं सी के जिहड़ा है गुजारा करना पै रहा सीगा। तो इस स्थिति नूं देखते हुए जिहड़ा है बलबन ने नसीरुद्दीन नूं जिहड़ा है सत्ता तो हटा दिता सीगा अते आप गद्दी ते बैठ गया सीगा। उसने जिहड़ा है फिर बलबन ने खून ते लोहे की नीति चलाई। खून अते लोहे की नीति चलाई। ठीक है जी। यानी कि खून ते लोहे की नीति का मतलब हो गया तलवार दे दम दे उपर जिहड़ा राज नूं चलाउणा। यानी कि उन्हें किसी नूं बोलण ही नहीं दिता, अपने तरीके नाल जिहड़ा वो राज चलाया। उसने तुर्कान चहलगानी जिहड़ी कि इल्तुतमिश ने बनाई सी उसनूं खत्म कर दिता। ठीक है जी। इसनूं खत्म कर दिता। उसने कई नवे जिहड़े है कई नवीं चीज़ां चलाइयां अपने राज नूं चलाउण दे लई। ते जिन्हां दे विचों जिवें कि उसने एक नवे सैनिक विभाग की जिहड़ी है स्थापना की जिसका नाम रखा गया दीवान अर्ज जिसका नाम रखा गया यह सीगा सैनिक विभाग।
ਤਾਂ ਕਿ ਜਿਹੜੀ ਹੈ ਆਪਣੀ ਜਿਹੜੀ ਸੈਨਿਕ ਵਿਵਸਥਾ ਉਸ ਨੂੰ ਕਾਫੀ ਮਜ਼ਬੂਤ ਬਣਾਇਆ ਜਾ ਸਕੇ ਤੇ ਉਸ ਦੀ ਪਹਿਚਾਣ ਰੱਖੀ ਜਾ ਸਕੇ, ਇਸ ਲਈ ਉਸਨੇ ਸੈਨਿਕ ਵਿਭਾਗ ਬਣਾਇਆ। ਉਸ ਤੋਂ ਬਾਅਦ ਜਿਹੜਾ ਹੈ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਵਧਾਉਣ ਦੇ ਲਈ ਜਿਹੜਾ ਉਸਨੇ ਸਿਜਦਾ ਪਾਬੋਸ ਪ੍ਰਥਾ ਚਲਾਈ। ਸਿਜਦਾ ਅਤੇ ਪਾਬੋਸ ਪ੍ਰਥਾ ਚਲਾਈ। ਸਿਜਦਾ ਦਾ ਮਤਲਬ ਹੁੰਦਾ ਹੈ ਕਿ ਦਰਬਾਰ ਦੇ ਵਿੱਚ ਆ ਕੇ ਸਿਰ ਝੁਕਾਉਣਾ, ਅਤੇ ਪਾਬੋਸ ਦਾ ਮਤਲਬ ਹੁੰਦਾ ਹੈ ਕਿ ਰਾਜਾ ਦੇ ਕੋਲ ਆ ਕੇ ਝੁਕ ਕੇ ਉਸ ਦੇ ਪੈਰਾਂ ਨੂੰ ਚੁੰਮਣਾ। ਤਾਂ ਇਹ ਪ੍ਰਥਾ ਜਿਹੜੀ ਹੈ ਲੋਕਾਂ ਨੂੰ ਹੀਨ ਭਾਵਨਾ ਦਿਖਾਉਣ ਵਾਸਤੇ, ਆਪਣੇ ਆਪ ਨੂੰ ਉੱਚਾ ਦਿਖਾਉਣ ਵਾਸਤੇ ਇਹ ਬਲਬਨ ਨੇ ਚਲਾਈ। ਉਸ ਦੇ ਬਾਅਦ ਉਸਨੇ ਜਿਹੜਾ ਹੈ ਇੱਕ ਫਾਰਸੀ ਤਿਉਹਾਰ ਜਿਹੜਾ ਉਸਦੇ ਵੀ ਉਹ ਵੀ ਚਲਾਇਆ, ਜਿਸ ਨੂੰ ਨਰੋਜ਼ ਕਿਹਾ ਜਾਂਦਾ ਹੈ। ਠੀਕ ਹੈ, ਇਸ ਦੀ ਸ਼ੁਰੂਆਤ ਵੀ ਉਸਨੇ ਕੀਤੀ। ਇਹਨਾਂ ਤੋਂ ਇਲਾਵਾ ਜਿਹੜਾ ਹੈ ਉਸਨੇ ਆਪਣੇ ਆਪ ਨੂੰ ਜਿਹੜਾ ਹੈ ਦੇਵਤਵ ਦਾ, ਉਸਨੇ ਇੱਕ ਹੋਰ ਸਿਧਾਂਤ ਚਲਾਇਆ ਜਿਸ ਨੂੰ ਦੇਵਤਵ ਦਾ ਸਿਧਾਂਤ ਬੋਲਿਆ ਜਾਂਦਾ ਹੈ। ਦੇਵਤਵ ਦਾ ਸਿਧਾਂਤ ਜਿਹੜਾ ਹੈ ਉਹ ਵੀ ਉਸਨੇ ਚਲਾਇਆ। ਦੇਵਤਵ ਦੇ ਸਿਧਾਂਤ ਦਾ ਮਤਲਬ ਹੁੰਦਾ ਹੈ ਕਿ ਪਰਮਾਤਮਾ ਦਾ ਪ੍ਰਤੀਨਿਧੀ, ਯਾਨੀ ਕਿ ਉਸਨੇ ਇਹ ਕਿਹਾ ਲੋਕਾਂ ਨੂੰ ਕਿ ਮੈਂ ਰਾਜਾ ਇਸ ਲਈ ਬਣਿਆ ਹਾਂ ਕਿਉਂਕਿ ਮੈਨੂੰ ਪਰਮਾਤਮਾ ਵੱਲੋਂ ਰਾਜਾ ਚੁਣ ਕੇ ਭੇਜਿਆ ਗਿਆ ਹੈ ਰਾਜ ਕਰਨ ਲਈ, ਇਸ ਲਈ ਮੈਂ ਇੱਥੇ ਰਾਜਾ ਹਾਂ। ਠੀਕ ਹੈ, ਉਸਨੇ ਆਪਣੇ ਆਪ ਨੂੰ ਜਿਹੜਾ ਹੈ ਈਸ਼ਵਰ ਦਾ ਪ੍ਰਤੀਨਿਧੀ ਘੋਸ਼ਿਤ ਕੀਤਾ ਅਤੇ ਆਪਣੇ ਆਪ ਨੂੰ ਜਿਹੜਾ ਹੈ ਜ਼ਿਲੇ ਇਲਾਹੀ ਕਿਹਾ। ਆਪਣੇ ਆਪ ਨੂੰ ਕੀ ਕਿਹਾ ਜੀ ਉਸਨੇ? ਜ਼ਿਲੇ ਇਲਾਹੀ। ਜ਼ਿਲੇ ਇਲਾਹੀ ਕਿਹਾ। ਜ਼ਿਲੇ ਦਾ ਮਤਲਬ ਹੁੰਦਾ ਹੈ ਪਰਛਾਈ ਅਤੇ ਇਲਾਹੀ ਦਾ ਮਤਲਬ ਹੁੰਦਾ ਅੱਲਾ, ਯਾਨੀ ਕਿ ਅੱਲਾ ਦੀ ਪਰਛਾਈ ਕਿਹਾ ਉਸਨੇ। ਠੀਕ ਹੈ, ਉਸਨੇ ਫਿਰ ਨਿਰੰਕੁਸ਼ਤਾ ਦਾ ਸਿਧਾਂਤ ਜਿਹੜਾ ਉਹ ਵੀ ਅਪਣਾਇਆ। ਠੀਕ ਹੈ, ਯਾਨੀ ਕਿ ਹੋਰ ਜਿਹੜਾ ਕੋਈ ਸਿਰ ਉੱਪਰ ਚੱਕ ਨਾ ਸਕੇ, ਸੱਤਾ ਨੂੰ ਚਲਾਉਣ ਦੇ ਲਈ ਜੋ ਸਹੀ ਹੈ ਉਹ ਉਸਨੇ ਕੀਤਾ, ਜਾਂ ਜੋ ਵੀ ਉਸਨੂੰ ਕਰਨਾ ਪਵੇ, ਉਹ ਚਾਹੇ ਕਿਸੇ ਨੂੰ ਮਾਰਨਾ ਪਵੇ, ਚਾਹੇ ਕਿਸੇ ਨੂੰ ਬਚਾਉਣਾ ਪਵੇ, ਜੋ ਵੀ ਸੱਤਾ ਚਲਾਉਣ ਵਾਸਤੇ ਕਰ ਸਕਦਾ ਉਸਨੇ ਕੀਤਾ, ਜਿਸ ਨੂੰ ਨਿਰੰਕੁਸ਼ਤਾ ਦਾ ਸਿਧਾਂਤ ਕਿਹਾ ਜਾਂਦਾ, ਉਸਨੇ ਉਹ ਅਪਣਾਇਆ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰੀਏ ਤਾਂ ਆਪਾਂ ਬਲਬਨ ਜਿਹੜਾ ਸੀ, ਬਲਬਨ ਨੇ ਮੰਗੋਲਾਂ ਦੇ ਆਕਰਮਣ ਤੋਂ ਦਿੱਲੀ ਨੂੰ ਬਚਾਇਆ। ਹੁਣ ਤੁਸੀਂ ਧਿਆਨ ਰੱਖਿਓ, ਪਹਿਲਾਂ ਜਦੋਂ ਮੰਗੋਲ ਜਿਹੜੇ ਸੀਗੇ ਉਹਨਾਂ ਨੇ ਪਹਿਲਾ ਹਮਲਾ ਜਦੋਂ ਕੀਤਾ ਸੀ, ਉਸ ਟਾਈਮ ਸ਼ਾਸਕ ਕੌਣ ਸੀਗਾ ਦਿੱਲੀ ਦੇ ਉੱਪਰ? ਉਸ ਟਾਈਮ ਸੀਗਾ ਇਲਤੁਤਮਿਸ਼। ਠੀਕ ਹੈ, ਜਦੋਂ ਮੰਗੋਲਾ ਸ਼ਾਸਨ ਹੋਇਆ ਉਸਨੇ ਵੀ ਉਹਨਾਂ ਨੂੰ ਵਾਪਸ ਭੇਜ ਦਿੱਤਾ ਸੀਗਾ। ਦੂਜੀ ਵਾਰੀ ਜਦੋਂ ਮੰਗੋਲ ਸ਼ਾਸਨ ਦੁਬਾਰਾ ਹਮਲਾ ਕਰਦੇ ਨੇ, ਉਸ ਟਾਈਮ ਕੌਣ ਸੀ ਸ਼ਾਸਕ ਇਸ ਟਾਈਮ? ਤਾਂ ਉਸ ਟਾਈਮ ਸੀਗਾ ਜੀ ਬਲਬਨ। ਬਲਬਨ ਨੇ ਮੰਗੋਲਾਂ ਦਾ ਆਕਰਮਣ ਜਿਹੜਾ ਸੀ ਉਹ ਦਿੱਲੀ ਦੇ ਉੱਪਰੋਂ ਬਚਾਇਆ, ਦਿੱਲੀ ਨੂੰ ਉਸਨੇ ਸੇਵ ਕੀਤਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਹੈ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਇਸ ਦੇ ਦਰਬਾਰੀ ਕੌਣ ਸਨ? ਤਾਂ ਅਮੀਰ ਖੁਸਰੋ, ਅਮੀਰ ਹਸਨ ਜਿਹੜੇ ਸੀਗੇ ਇਹ ਬਲਬਨ ਦੇ ਦਰਬਾਰੀ ਸੀਗੇ। ਠੀਕ ਹੈ ਜੀ। ਇਸ ਤਰ੍ਹਾਂ ਇਹ ਜਿਹੜਾ ਸ਼ਾਸਨ ਕਾਲ ਸੀਗਾ ਇਹ ਸੀਗਾ ਬਲਬਨ ਦਾ। ਠੀਕ ਹੈ, ਬਲਬਨ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ 1287 ਦੇ ਵਿੱਚ। 1287 ਦੇ ਵਿੱਚ ਜਿਹੜਾ ਹੈ ਬਲਬਨ ਦੀ ਮੌਤ ਹੋ ਜਾਂਦੀ ਹੈ। ਬਲਬਨ ਤੋਂ ਬਾਅਦ ਜਿਹੜਾ ਹੈ ਗੱਦੀ ਤੇ ਬੈਠਦਾ ਹੈ ਕੈਕੂਬਾਦ। ਠੀਕ ਹੈ ਜੀ, ਕੈਕੂਬਾਦ ਜਿਹੜਾ ਹੈ ਸ਼ਾਸਨ ਸੰਭਾਲਦਾ ਹੈ, ਜਿਹੜਾ ਕਿ 1287 ਤੋਂ ਲੈ ਕੇ 90 ਤੱਕ ਸ਼ਾਸਨ ਚਲਾਉਂਦਾ ਹੈ। 1290 ਤੋਂ ਬਾਅਦ ਸ਼ਾਸਨ ਤੇ ਬੈਠਦਾ ਹੈ ਕੈਕੂਬਾਦ ਤੋਂ ਬਾਅਦ। ਕੈਕੂਬਾਦ ਦਾ ਪੁੱਤਰ ਜਿਹੜਾ ਸੀਗਾ ਕਿਊਮਰਸ ਗੱਦੀ ਤੇ ਬੈਠਦਾ ਹੈ, ਜਿਹੜਾ ਕਿ ਅੱਗੇ ਰਾਜ ਕਰਦਾ ਹੈ। ਠੀਕ ਹੈ, ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਇਹ ਵੀ ਜ਼ਿਆਦਾ ਲੰਬੇ ਸਮੇਂ ਤੱਕ ਰਾਜ ਨਹੀਂ ਕਰ ਪਾਉਂਦੇ, 90 'ਚ ਨਿਪਟ ਜਾਂਦੇ ਨੇ। ਅਤੇ ਇੱਥੇ ਆ ਕੇ ਜਿਹੜਾ 90 ਦੇ ਵਿੱਚ ਖਿਲਜੀ ਵੰਸ਼ ਦੀ ਜਿਹੜੀ ਹੈ ਉਹ ਸਥਾਪਨਾ ਹੁੰਦੀ ਹੈ। ਠੀਕ ਹੈ ਜੀ, ਗੁਲਾਮ ਵੰਸ਼ ਇੱਥੇ ਤੱਕ ਸਮਾਪਤ ਹੋ ਜਾਂਦਾ। ਇਹ ਗੁਲਾਮ ਵੰਸ਼ ਦਾ ਆਖਰੀ ਜਿਹੜਾ ਸੀਗਾ ਉਹ ਸੀਗਾ ਕਿਊਮਰਸ, ਜਿਸਨੇ ਰਾਜ ਕੀਤਾ। ਅਤੇ ਸਭ ਤੋਂ ਪਹਿਲਾਂ ਕੌਣ ਸੀਗਾ? ਸਭ ਤੋਂ ਪਹਿਲਾਂ ਸੀ ਕੁਤਬੁਦੀਨ ਐਬਕ, ਜਿਸਨੇ ਜਿਹੜਾ ਹੈ ਗੁਲਾਮ ਵੰਸ਼ ਦੀ ਨੀਂਹ ਰੱਖੀ ਸੀਗੀ। ਠੀਕ ਹੈ ਜੀ, ਤਾਂ ਆਪਾਂ ਨੇ ਅੱਜ ਕੀ ਪੜਿਆ? ਗੁਲਾਮ ਵੰਸ਼, ਜਾਂ ਜਿਸਨੂੰ ਦਾਸ ਵੰਸ਼ ਵੀ ਕਿਹਾ ਜਾਂਦਾ ਹੈ, ਜਾਂ ਮਮਲੂਕ ਵੰਸ਼ ਵੀ ਕਿਹਾ ਜਾਂਦਾ ਹੈ। ਤਾਂ ਆਪਸ਼ਨ ਦੇ ਵਿੱਚ ਜਿਹੜਾ ਇਹਨਾਂ ਤਿੰਨਾਂ ਵਿੱਚੋਂ ਕੋਈ ਹੋ ਸਕਦਾ ਹੈ, ਤਾਂ ਧਿਆਨ ਰੱਖਿਓ ਤੁਸੀਂ, ਗੁਲਾਮ ਵੰਸ਼, ਦਾਸ ਵੰਸ਼, ਮਮਲੂਕ ਵੰਸ਼, ਇਹ ਇੱਕੋ ਹੀ ਵੰਸ਼ ਦੇ ਨਾਮ ਨੇ। ਤਾਂ ਆਪਾਂ ਅੱਜ ਜਿਹੜਾ ਹੈ ਗੁਲਾਮ ਵੰਸ਼ ਬਾਰੇ ਜਿਹੜਾ ਡਿਟੇਲ 'ਚ ਪੜਿਆ, ਕਿਹੜੇ ਰਾਜਿਆਂ ਨੇ ਕਿਸ ਸਮੇਂ ਤੱਕ ਰਾਜ ਕੀਤਾ, ਕੀ ਉਹਨਾਂ ਨੇ ਜਿਹੜੀਆਂ ਹੈ ਨਵੀਆਂ ਨੀਤੀਆਂ ਚਲਾਈਆਂ, ਕੀ ਨੀਤੀਆਂ ਅਪਣਾਈਆਂ ਉਹਨਾਂ ਨੇ। ਠੀਕ ਹੈ ਜੀ, ਤਾਂ ਅੱਗੇ ਜਿਹੜਾ ਹੈ ਇਸ ਤੋਂ ਬਾਅਦ ਆਪਾਂ ਪੜਾਂਗੇ ਜਿਹੜਾ ਖਿਲਜੀ ਵੰਸ਼, ਅਗਲੇ ਵੰਸ਼ ਦੀ ਜਿਹੜੀ ਸਥਾਪਨਾ ਹੋਈ ਖਿਲਜੀ ਵੰਸ਼ ਦੀ, ਆਪਾਂ ਉਹ ਪੜਾਂਗੇ ਨੈਕਸਟ ਵੀਡੀਓ ਦੇ ਵਿੱਚ। ਠੀਕ ਹੈ, ਤਾਂ ਉਮੀਦ ਕਰਦਾ ਤੁਹਾਨੂੰ ਜਿਹੜਾ ਇਹ ਚੈਪਟਰ ਅੱਛੀ ਤਰ੍ਹਾਂ ਸਮਝ ਆਇਆ ਹੋਵੇਗਾ। ਤਾਂ ਨੈਕਸਟ ਚੈਪਟਰ ਦੇ ਵਿੱਚ ਮਿਲਦੇ ਹਾਂ ਨਵੇਂ ਨੋਟਸ ਦੇ ਨਾਲ। ਤਦ ਤੱਕ ਤੁਸੀਂ ਜਿਹੜਾ ਹੈ ਇਸ ਚੈਨਲ ਨੂੰ ਲਾਈਕ ਕਰੋ ਜੀ, ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਐਗਜ਼ਾਮ ਨਜ਼ਦੀਕ ਆਉਣ ਵਾਲਾ ਹੈ ਅਤੇ ਦੱਬ ਕੇ ਜਿਹੜਾ ਹੈ ਉਹ ਪੜ੍ਹਾਈ ਕਰੋ ਜੀ। ਠੀਕ ਹੈ ਜੀ, ਧੰਨਵਾਦ।